ਵੀ ਦੇਖ ਰਹੇ ਦੇਸ਼ ਅਤੇ ਵਿਦੇਸ਼ਾਂ ਦੇ ਸਾਰੇ ਹੀ ਦਰਸ਼ਕਾਂ ਦਾ ਗੁਰਵੇਲ ਸਿੰਘ ਵੱਲੋਂ ਪ੍ਰੋਗਰਾਮ ਵਿਚਾਰਾਂ ਦੀ ਸਾਂਝ ਵਿੱਚ ਸਵਾਗਤ। ਤੇ ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਸਟੂਡੈਂਟਸ ਨੂੰ ਲੈ ਕੇ ਤੁਹਾਡੇ ਰੂਬਰੂ ਹੁੰਦੇ ਹਾਂ ਜਿਹੜੇ ਸਟੂਡੈਂਟ ਰੀਅਲੀ ਐਕਸੀਲੈਂਟ ਨੇ, ਬ੍ਰਿਲੀਅੰਟ ਨੇ, ਜਿਨ੍ਹਾਂ ਦੇ ਕੋਲ ਤੁਹਾਨੂੰ ਦੱਸਣ ਲਈ ਬਹੁਤ ਕੁਛ ਹੈ, ਜਿਨ੍ਹਾਂ ਦਾ ਜਿਹੜੇ ਆਲਰਾਊਂਡਰ ਨੇ। ਅਤੇ ਅੱਜ ਐਸੇ ਆਲਰਾਊਂਡਰ ਸਟੂਡੈਂਟਸ ਹਰਲੀਨ ਕੌਰ ਮੇਰੇ ਨਾਲ ਹੈ, ਕਿਉਂਕਿ ਅਸੀਂ ਹਰਲੀਨ ਦੇ ਨਾਲ ਕਰਦੀਆਂ ਗੱਲਾਂ। ਇਹਨਾਂ ਤੋਂ ਬਹੁਤ ਕੁਝ ਸਿੱਖਣਾ ਹੈ, ਕਿਉਂਕਿ ਮੈਂ ਇੱਕ ਗੱਲ ਦੱਸ ਦੇਵਾਂ ਕਿ ਹਰਲੀਨ ਜਦੋਂ ਸਟੇਜ 'ਤੇ ਚਲੇ ਜਾਂਦੀ ਹੈ ਅਤੇ ਸਾਰਿਆਂ ਨੂੰ ਇਹ ਹੁੰਦਾ ਹੈ ਕਿ ਹੁਣ ਸਾਨੂੰ ਇਹ ਕੰਪੀਟੀਸ਼ਨ ਜਿੱਤਣਾ ਬੜਾ ਔਖਾ ਹੋ ਜਾਣਾ, ਕਿਉਂਕਿ ਇਸ ਪਾਸੇ ਹਰਲੀਨ ਬੈਠੀ ਹੈ। ਅਤੇ ਅੱਜ ਉਸੇ ਹੀ ਹਰਲੀਨ ਦੇ ਨਾਲ ਸਾਡੀਆਂ ਹੋਣਗੀਆਂ ਗੱਲਾਂ। ਹਰਲੀਨ, ਪ੍ਰੋਗਰਾਮ ਵਿਚਾਰਾਂ ਦੀ ਸਾਂਝ ਵਿੱਚ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਸਭ ਤੋਂ ਪਹਿਲੇ ਤਾਂ ਹਰਲੀਨ, ਅਸੀਂ ਗੱਲ ਕਰੀਏ ਸਕੂਲ ਦੀ ਲਾਈਫ ਤੋਂ ਹੀ। ਸ਼ਾਇਦ ਮੇਰੇ ਖਿਆਲ ਦੇ ਵਿੱਚ ਇਹ ਜਿਹੜੀ ਕਵਿਤਾ ਜਾਂ ਸਿੰਗਿੰਗ ਹੈ, ਇਹ ਕਿਹੜੀ ਕਲਾਸ ਤੋਂ ਸ਼ੁਰੂ ਹੋ ਗਈ ਸੀ? ਮੇਰੀ ਜਿਹੜੀ ਰੈਸੀਟੇਸ਼ਨ ਸੀ, ਮਤਲਬ ਮੇਰਾ ਸਟੇਜ ਕੌਨਫੀਡੈਂਸ ਬਿਲਡਅਪ ਇੱਕ ਇਨੀਸ਼ੀਏਟਿਵ ਕਿੱਥੋਂ ਮਿਲਿਆ ਸੀ? ਮੈਂ KG ਕਲਾਸ 'ਚ ਹੀ, ਮੇਰੀ ਟੀਚਰ ਸੀ ਮਿਸਿਸ ਸਿੰਘ ਕਰਕੇ। ਸੋ ਉਹਨਾਂ ਨੇ ਮੈਨੂੰ ਪੋਇਮ ਇੱਕ ਕਲਾਸ ਵਿੱਚ ਪ੍ਰਿਪੇਅਰ ਕਰਾਈ ਕਿ ਅਸੈਂਬਲੀ ਹੋਏਗੀ ਅਤੇ ਤੂੰ ਸਟੇਜ 'ਤੇ ਖੜੇ ਹੋ ਕੇ ਰਿਸਾਈਟ ਕਰਨੀ ਹੈ ਪੋਇਮ। ਸੋ ਮੈਂ ਕਿਹਾ ਓਕੇ ਮੈਮ, ਮੈਂ ਕੌਨਫੀਡੈਂਟ ਸੀ ਕਿ ਹਾਂ ਚਲੋ ਕਰ ਲਾਂਗੀ। ਐਂਡ ਦੈਟ ਮੋਮੈਂਟ ਜਦੋਂ ਮਤਲਬ ਮੈਨੂੰ ਸਟੇਜ 'ਤੇ ਜਾਣਾ ਸੀ ਐਂਡ ਮੈਂ ਉੱਪਰ ਗਈ, ਮੈਂ ਦੇਖਿਆ ਸਾਰਾ ਸਕੂਲ ਹੈ ਉਧਰ, ਔਰ ਦੇਖ ਕੇ ਆਈ ਵਾਜ਼ ਸੋ ਨਰਵਸ, ਮੈਂ ਇੱਕ ਵਰਡ ਨਹੀਂ ਬੋਲ ਪਾਈ ਆਪਣੇ ਮੂੰਹ ਤੋਂ। ਦੈਨ ਮੈਂ ਉੱਧਰ ਹੀ ਖੜੇ ਹੋ ਕੇ ਆਈ ਸਟਾਰਟਡ ਕਰਾਈਂਗ। ਤੋ ਮੈਮ ਆਏ ਉੱਪਰ, ਮੈਮ ਨੇ ਕਿਹਾ ਚਲੋ ਹੋਰ ਫਰੈਂਡਸ ਨੂੰ, ਆਪਣੇ ਕਲਾਸਮੇਟਸ ਨੂੰ ਬੁਲਾ ਲਓ। ਅਤੇ ਬਾਕੀ ਫਰੈਂਡਸ ਫਿਰ ਆਏ ਨਾਲ, ਫਿਰ ਮੈਂ ਪੂਰੀ ਉਹਨਾਂ ਨਾਲ ਮਿਲ ਕੇ ਮੈਂ ਰਿਸਾਈਟ ਕੀਤੀ ਪੂਰੀ ਪੋਇਮ। ਸੋ ਉਹ ਇੱਕ ਇਨੀਸ਼ੀਅਲ ਸਟੈਪ ਸੀ ਮੇਰਾ ਸਟੇਜ 'ਤੇ। ਐਂਡ ਸਲੋਲੀ ਹਰ ਕਲਾਸ ਵਿੱਚ ਆਪਣੇ, ਜਦੋਂ ਫਿਰ ਹਾਊਸ ਮਿਲੇ, ਫਿਰ ਹਾਊਸ ਦੇ ਕੰਪੀਟੀਸ਼ਨਸ ਵੀ ਕਰਦੀ ਸੀ, ਰੈਸੀਟੇਸ਼ਨਸ, ਫਿਰ ਡਿਬੇਟਸ, ਡੈਕਲੇਮੇਸ਼ਨਸ, ਐਕਸਟੈਂਪਰੇਜ਼, ਫਿਰ ਇੱਦਾਂ ਹੀ ਕਰਦੇ ਹਾਂ, ਇੱਥੇ ਇੱਕ ਹੋਰ ਸਵਾਲ ਪੈਦਾ ਹੁੰਦਾ ਹੈ, ਕਿਉਂਕਿ ਬਹੁਤ ਸਾਰੇ ਜਿਹੜੇ ਸਾਡੇ ਦਰਸ਼ਕ ਹੈਗੇ ਆ, ਉਹਨਾਂ ਨੂੰ ਜਦੋਂ ਤੁਸੀਂ ਹਾਊਸ ਕੰਪੀਟੀਸ਼ਨ ਦੀ ਗੱਲ ਕਹੀ ਹੈ ਨਾ, ਅਤੇ ਉਹਨਾਂ ਨੂੰ ਹਾਊਸ ਕੰਪੀਟੀਸ਼ਨ ਦਾ ਨਹੀਂ ਪਤਾ, ਕਿਉਂਕਿ ਉਹ ਹਾਊਸ ਨੂੰ ਸਿਰਫ ਹੋਮ ਹੀ ਸਮਝ ਲੈਂਦੇ ਆ ਕਿ ਇੱਕ ਹਾਊਸ ਸਾਡਾ ਅਤੇ ਅਗਲਾ ਹਾਊਸ ਤੁਹਾਡਾ ਘਰ ਵਾਲੇ ਦਾ। ਇੱਥੇ ਤੁਸੀਂ ਜਿਹੜੇ ਸਕੂਲ 'ਚ ਪੜ੍ਹਦੇ ਹੋ, ਥੋੜ੍ਹਾ ਜਿਹਾ ਇਸ ਸਕੂਲ ਦੇ ਬਾਰੇ 'ਚ ਵੀ, ਕਿਸ ਤਰੀਕੇ ਦਾ ਉਸ ਸਕੂਲ ਦੇ ਵਿੱਚ ਤੁਸੀਂ ਜਿਹੜੀਆਂ ਚੀਜ਼ਾਂ ਕਹੀਆਂ ਨੇ, ਹਾਊਸ ਕੰਪੀਟੀਸ਼ਨਸ ਹੁੰਦੇ ਆ, ਹਾਊਸ ਕੀ ਹੈ, ਇਹ ਤੁਹਾਡੇ ਸਕੂਲ ਦਾ ਨਾਮ, ਜਿੱਥੋਂ ਤੁਸੀਂ ਇਹ ਸਟੱਡੀ ਲਈ, ਜਿੱਥੇ ਤੁਹਾਡੀ ਇਹ ਸਾਰੀ ਫਾਊਂਡੇਸ਼ਨ ਬਣੀ, ਉਸ ਦੇ ਬਾਰੇ ਵੀ ਤੁਸੀਂ ਦਰਸ਼ਕਾਂ ਨੂੰ ਦੱਸਿਓ। ਸੋ ਬੇਸਿਕਲੀ ਇਹ ਮੇਰਾ ਸਕੂਲ ਗੁਰੂ ਨਾਨਕ 5th ਸੈਂਟਨਰੀ ਸਕੂਲ ਹੈ ਮਸੂਰੀ ਦਾ। ਐਂਡ ਹਾਊਸਿਸ ਤੋਂ ਮਤਲਬ ਹੈ ਸਾਡੇ ਸਕੂਲ ਵਿੱਚ ਜਿਵੇਂ ਡਿਵੀਜ਼ਨਸ ਹੁੰਦੇ ਹੈ, ਮਤਲਬ ਗਰੁੱਪਸ ਵਿੱਚ ਪੂਰੇ ਸਕੂਲ ਦੇ ਸਟੂਡੈਂਟਸ, ਜਿਵੇਂ 4 ਹਾਊਸਿਸ ਹੈ, ਇੱਕ ਅਲੱਗ ਹੈ, ਟੋਟਲ 5 ਹੈ। ਜਿਹੜਾ ਇੱਕ ਹੈ ਉਹ ਹੋਲਡਿੰਗ ਹਾਊਸ ਹੈ, ਉਹ ਸਿਰਫ ਜੂਨੀਅਰਸ ਵਾਸਤੇ ਹੈ, ਬਿਲਕੁਲ ਕਿਡਸ ਵਾਸਤੇ, ਮਤਲਬ KG 1st 2nd ਤੱਕ ਹੈ। ਐਂਡ ਦੈਨ ਫਿਰ ਸਲੋਲੀ 4 ਵਿੱਚ ਡਿਵਾਈਡ ਹੋ ਜਾਂਦੇ ਹਾਊਸਿਸ, ਰਣਜੀਤ, ਨਲਵਾ, ਅਜੀਤ ਐਂਡ ਅਟਾਰੀ। ਇਹ ਸਾਡੇ ਜਿਹੜੇ ਹਾਊਸ ਵਾਰੀਅਰਸ ਰਹੇ ਸਿੱਖ ਵਾਰੀਅਰਸ, ਉਹਨਾਂ ਦੇ ਨਾਮ 'ਤੇ ਇਹ ਹਾਊਸਿਸ ਨੂੰ ਨਾਮ ਦਿੱਤੇ। ਹਾਊਸਿਸ ਮਤਲਬ ਇੱਕ ਕੰਪੀਟੀਸ਼ਨ ਜਿਵੇਂ ਅਸੀਂ ਰੱਖਦੇ ਹਾਂ, ਅਤੇ ਉਹ ਡਿਫਰੈਂਟ ਆਪਣੇ ਫੀਲਡਸ ਵਿੱਚ ਕੰਪੀਟੀਸ਼ਨ ਵਿੱਚ, ਜਿਵੇਂ ਲਿਟਰੇਰੀ ਐਕਟੀਵਿਟੀਜ਼ ਹੋ ਗਈ ਜਾਂ ਸਪੋਰਟਸ ਹੋ ਗਿਆ, ਰਿਪਰੈਜ਼ੈਂਟ ਕਰਦੇ ਹਾਂ ਅਸੀਂ। ਅਤੇ ਉਸ ਦੇ ਅਕੋਰਡਿੰਗ ਫਿਰ ਫਾਈਨਲ 'ਚ ਜਾ ਕੇ ਜਿਵੇਂ ਇੱਕ ਹਾਊਸ ਵਿਨਰ ਹੁੰਦਾ ਹੈ, ਉਹਨੂੰ ਅਸੀਂ ਕੌਕ ਹਾਊਸ ਬੋਲਦੇ ਹਾਂ। ਸੋ ਇਹ ਹੈ ਸਾਡੇ ਸਕੂਲ ਦਾ ਮਤਲਬ ਉੱਪਰ ਇਹ ਸਾਰੇ ਦਾ ਸਾਰਾ ਸੈਟਅਪ ਹੋ ਗਿਆ। ਅਤੇ ਇਸ ਸੈਟਅਪ ਦੇ ਨਾਲ ਹੀ ਇੱਕ ਹੋਰ ਵੀ ਚੀਜ਼ ਆਉਂਦੀ ਹੈ ਕਿ ਇਹ ਜਿਹੜੇ ਬੋਰਡਿੰਗ ਸਕੂਲ ਹੁੰਦੇ ਆ, ਇਹਨਾਂ ਦੀ ਲਾਈਫ ਬੜੀ ਇੰਜੋਏਫੁਲ ਹੁੰਦੀ ਹੈ, ਕਿਉਂਕਿ ਕਹਿੰਦੇ ਨੇ ਕਿ ਜਿਹੜਾ ਇੱਕ ਵਾਰ ਬੋਰਡਿੰਗ ਹਾਊਸ ਦੇ ਵਿੱਚ ਆ ਗਿਆ ਨਾ, ਖਾਸ ਕਰਕੇ ਜਿਹੜਾ ਗੁਰੂ ਨਾਨਕ 5th ਸੈਂਟਰੀ ਸਕੂਲ ਮਸੂਰੀ ਦੇ ਵਿੱਚ ਪੜ੍ਹ ਗਿਆ, ਉਹ ਦੁਬਾਰਾ ਇਸ ਸਕੂਲ ਨੂੰ ਕਦੇ ਭੁੱਲਦਾ ਨਹੀਂ, ਕਿਉਂਕਿ ਇਸ ਸਕੂਲ ਦੀਆਂ ਇਹੋ ਜਿਹੀਆਂ ਯਾਦਾਂ ਉਹਦੇ ਅੰਦਰ ਜੁੜ ਜਾਂਦੀਆਂ। ਤਾਂ ਐਸੀਆਂ ਕੋਈ ਯਾਦਾਂ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਅੰਦਰ ਇਸ ਸਕੂਲ ਦੇ ਨਾਲ ਰਿਲੇਟਡ ਹੋਣ, ਕੁਛ ਉਹ ਚੀਜ਼ਾਂ, ਮੂਵਮੈਂਟਸ ਜੋ ਪੂਰੀ ਲਾਈਫ ਕਦੇ ਨਾ ਭੁੱਲ ਪਾਉਂਦੇ ਹੋ? ਇੱਦਾਂ ਤਾਂ ਬਹੁਤ ਸਾਰੀਆਂ ਹੈ, ਮਤਲਬ ਬਿਕਾਜ਼ ਮੈਂ ਸਟਾਰਟਿੰਗ ਹੀ ਮਤਲਬ KG ਤੋਂ ਹੀ ਇਹ ਪੂਰਾ ਸਕੂਲ ਕੀਤਾ, KG ਤੋਂ ਹੀ ਮੈਂ ਇੱਧਰ ਆ ਗਈ ਸੀ। ਸੋ ਇੰਨੇ ਸਾਰੇ ਈਅਰਸ, 12-13 ਈਅਰਸ ਮੈਂ ਸਕੂਲ ਵਿੱਚ ਸਪੈਂਡ ਕੀਤੇ ਹੈ। ਸੋ ਉਸ ਅਕੋਰਡਿੰਗ ਤਾਂ ਮੈਮੋਰੀਜ਼ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ। ਮੈਂ ਹੁਣ ਉਹਨਾਂ ਵਿੱਚੋਂ ਮਤਲਬ ਕੁਛ ਤਾਂ ਇਹੋ ਜਿਹੀ, ਇੱਕ ਤਾਂ ਫਸਟ ਡੇ ਸਕੂਲ ਦਾ ਸਾਰਿਆਂ ਨੂੰ ਓਬਵੀਅਸਲੀ ਯਾਦ ਰਹਿੰਦਾ ਹੀ ਹੈ, ਮੈਮੋਰੇਬਲ ਹੈ। ਫਸਟ ਡੇ ਜਾ ਕੇ ਮਤਲਬ ਮੇਰੇ ਫਾਦਰ ਹੀ ਮੈਨੂੰ ਲੈ ਕੇ ਗਏ ਸੀ ਸਕੂਲ, ਐਂਡ ਆਈ ਵਾਜ਼ ਲਾਈਕ ਕਿ ਪਾਪਾ ਮੇਰੇ ਨਾਲ ਬੈਠਣਗੇ। ਸੋ ਪਾਪਾ ਕਲਾਸ 'ਚ ਛੱਡਣ ਗਏ, ਅਤੇ ਆਈ ਸਟਾਰਟਡ ਕਰਾਈਂਗ ਕਿ ਨਹੀਂ, ਮੈਂ ਨਹੀਂ ਜਾਣਾ, ਤੁਸੀਂ ਨਾ ਜਾਓ,
जाओ मेरे नाल रहो एंड मैं बहुत ज़्यादा रोई। फिर पापा जिद्दां नीचे प्लेग्राउंड सी उधर स्विंग्स ਹੁੰਦੇ ਸੀ, ਪਾਪਾ उधर लेके गए, थोड़ी देर उधर मैं स्विंग्स टाइम स्पेंड किया उधर। फिर पापा ने समझाया कि नहीं ਸਕੂਲ ਹੋਰ ਹੋਏਗਾ तो मैनू ਨਾਲ ही लेके जाऊँगा तेनू। फिर मैं क्लास ਵਿੱਚ गई, मैनू अच्छा लग्या सारे फ्रेंड्स ਇੱਦਾਂ। एक ਤਾਂ ਇਹ इंसिडेंट है। ਦੈਨ ਫਿਰ ਮੇਰੇ ਇਹੋ ਜਿਹੇ ਇੰਸੀਡੈਂਟਸ ਮੇਨਲੀ ਲਿਟਰਲੀ ਐਕਟੀਵਿਟੀਜ਼ ਦੇ ਹੀ ਸੀ, ਬਿਕਾਜ਼ ਮੈਂ ਸਟੇਜ 'ਤੇ ਜ਼ਿਆਦਾ ਰਹੀ ਹਾਂ ਫੀਲਡ ਤੋਂ ਜ਼ਿਆਦਾ। ਐਥਲੈਟਿਕਸ ਮੈਂ ਕਰਦੀ ਸੀ ਬਟ ਰੈਸੀਟੇਸ਼ਨਸ ਡਿਬੇਟਸ ਵਗੈਰਾ ਕਰਦੀ ਸੀ। ਸੋ ਉਹ ਸਭ ਹੈ। ਫਿਰ ਫਰੈਂਡਸ ਨਾਲ ਜਦੋਂ ਸਾਡਾ ਇੱਕ ਐਨੂਅਲ ਫੰਕਸ਼ਨ ਹੁੰਦਾ ਸੀ ਫਾਊਂਡਰਸ ਡੇ, ਉਹਦੇ ਵਿੱਚ ਸਾਨੂੰ ਇੱਕ ਬ੍ਰੇਕ ਮਿਲਦੀ ਸੀ ਇੱਕ ਵੀਕ ਦੀ। ਉਹਦੇ ਵਿੱਚ ਅਸੀਂ ਬਹੁਤ ਕੁਝ ਸਿੱਖਦੇ ਸੀ, ਬਿਕਾਜ਼ ਗੁਰਬਾਣੀ ਵਿੱਚ ਵੀ ਸੀ ਮੈਂ, ਗੁਰਬਾਣੀ ਕੰਪੀਟੀਸ਼ਨ ਹੁੰਦਾ ਸੀ ਅਤੇ ਗੁਰਬਾਣੀ ਤੋਂ ਰਿਲੇਟਡ ਵੀ ਸਾਡੀ ਪ੍ਰੈਕਟਿਸਿਸ ਹੁੰਦੀ ਸੀ। ਦੈਨ ਡਾਂਸਿਸ ਹੁੰਦੇ ਸੀ, ਦੈਨ ਮਤਲਬ ਕਾਫੀ ਕੁਛ ਹੁੰਦਾ ਸੀ ਅਤੇ ਬਹੁਤ ਕੁਛ ਸਿੱਖਿਆ ਮੈਂ ਸਕੂਲ ਤੋਂ, ਬਹੁਤ ਕੁਛ। ਅੱਛਾ ਹਰਲੀਨ, ਇੱਥੇ ਇੱਕ ਚੀਜ਼ ਹੋਰ ਯਾਦ ਆ ਗਈ ਹੈ ਮੈਨੂੰ, ਕਿਉਂਕਿ ਆਲਮੋਸਟਲੀ ਜਿਹੜੇ ਲੋਕ ਹੈ ਉਹਨਾਂ ਦੀ ਇੱਕ ਹੀ ਸੋਚ ਹੁੰਦੀ ਹੈ ਕਿ ਜਿਹੜੇ ਤੇ ਡਾਂਸ ਕਰਨ ਵਾਲੇ ਆ, ਗਾਣੇ ਕਰਨ ਵਾਲੇ ਆ, ਉਹ ਗੁਰਬਾਣੀ ਨਾ ਕਰਨ, ਉਹ ਗੁਰਬਾਣੀ ਨੂੰ ਮਤਲਬ ਕਿ ਇੱਧਰ ਨਾ ਆਉਣ, ਕਿਉਂਕਿ ਗੁਰਬਾਣੀ ਵਾਲੇ ਕਹਿੰਦੇ ਆ ਕਿ ਇਹ ਸਾਡੇ ਦੁਸ਼ਮਣ ਹੈ। ਅਤੇ ਜਿਹੜੇ ਗੁਰਬਾਣੀ ਕਰਦੇ ਆ ਉਹ ਗਾਣੇ ਡਾਂਸ ਨੂੰ ਜਿਹੜਾ ਹੈ ਉਹ ਚੰਗਾ ਨਹੀਂ ਚਾਹੁੰਦੇ ਹੁੰਦੇ, ਕਿਉਂਕਿ ਇੱਕ ਦੂਜੇ ਦੇ ਨਾਲ ਉਹ ਦੋਨਾਂ ਦੇ ਵਿੱਚ ਪਤਾ ਨਹੀਂ ਕਿਸ ਤਰ੍ਹਾਂ ਦਾ ਬਣਿਆ ਹੋਇਆ ਕਿ ਇਹ ਦੋਨੋਂ ਹੀ ਇੱਕ ਬੱਚੇ ਲਈ ਕਰਨਾ ਕਿੰਨਾ ਕੁ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਜਿਸ ਨੂੰ ਅਸੀਂ ਕਹਿ ਲਈਏ ਕਿ ਸਾਡਾ ਕਲਚਰ ਦਾ ਪਾਰਟ ਰਹਿਣਾ ਅਤੇ ਨਾਲ ਗੁਰਬਾਣੀ ਨੂੰ ਵੀ ਲੈ ਕੇ ਚੱਲਣਾ। ਇਹਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ? ਅੱਛਾ, ਜੇ ਅਸੀਂ ਸਕੂਲ ਲੈਵਲ ਦੀ ਗੱਲ ਕਰੀਏ, ਸਕੂਲ ਵਿੱਚ ਸਾਨੂੰ ਸਭ ਕੁਛ ਸਿੱਖਣਾ ਚਾਹੀਦਾ ਹੈ, ਠੀਕ ਹੈ। ਸਿਰਫ ਸਟੱਡੀਜ਼ ਨਹੀਂ ਹੈ। ਹੁਣ ਸਕੂਲ ਵਿੱਚ ਜੇ ਅਸੀਂ ਪ੍ਰੋਫੈਸ਼ਨਲੀ ਦੇਖਣ ਲੱਗ ਜਾਈਏ ਕਿ ਅਸੀਂ ਡਾਂਸਰ ਬਣ ਗਏ ਜਾਂ ਅਸੀਂ ਸਿੰਗਰ ਬਣ ਗਏ, ਸਕੂਲ ਵਿੱਚ ਤਾਂ ਇਹ ਪੋਸੀਬਲ ਨਹੀਂ ਹੈ। ਸਕੂਲ ਵਿੱਚ ਅਸੀਂ ਸਿਰਫ ਲਰਨ ਕਰ ਰਹੇ ਹਾਂ ਚੀਜ਼ਾਂ ਨੂੰ। ਸਕੂਲ ਵਿੱਚ ਅਸੀਂ ਚਾਹੇ ਡਾਂਸ ਕਰੀਏ, ਗੁਰਬਾਣੀ ਕਰੀਏ, ਅਸੀਂ ਜੱਜ ਨਹੀਂ ਕਰ ਸਕਦੇ ਕਿਸੇ ਬੱਚੇ ਨੂੰ, ਬਿਕਾਜ਼ ਇੱਕ ਤਾਂ ਆਪਣਾ ਵੀ ਇੰਟਰਸਟ ਹੁੰਦਾ ਹੈ, ਦੂਸਰੇ ਟੀਚਰਸ ਵੀ ਜਿਵੇਂ ਬੱਚੇ ਨੂੰ ਜ਼ਿਆਦਾ ਮੋਟੀਵੇਟ ਕਰਦੇ ਆ ਕਿ ਇਹਦੇ ਵਿੱਚ ਵੀ ਪਾਰਟੀਸਿਪੇਟ ਕਰੋ ਜਾਂ ਉਹਦੇ ਵਿੱਚ ਵੀ ਕਰੋ। ਕੋਈ ਬੱਚਾ ਅਗਰ ਟੈਲੈਂਟਡ ਹੈ ਤਾਂ ਜ਼ਰੂਰੀ ਨਹੀਂ ਹੈ ਕਿ ਅਗਰ ਉਹ ਗੁਰਬਾਣੀ ਕਰ ਰਿਹਾ ਤਾਂ ਉਹ ਡਾਂਸਿੰਗ ਨਹੀਂ ਕਰ ਸਕਦਾ, ਜਾਂ ਡਾਂਸਿੰਗ ਕਰ ਰਿਹਾ ਤਾਂ ਉਹ ਗੁਰਬਾਣੀ ਨਹੀਂ ਕਰ ਸਕਦਾ। ਉਹ ਅਸੀਂ ਇੱਕ ਸਿੱਖ ਰਹੇ ਹਾਂ, ਸਾਡੇ ਕੋਲ ਇੱਕ ਓਪਨ ਫੀਲਡ ਹੈ। ਮਤਲਬ ਅਸੀਂ ਇੱਕ ਰਿਸਟ੍ਰਿਕਟ ਹੋ ਕੇ ਨਹੀਂ ਕੁਛ ਕਰਦੇ ਕਿ ਅਸੀਂ ਗੁਰਬਾਣੀ ਵਿੱਚ ਹੀ ਕਰਨਾ ਹੈ, ਬੈਲੈਂਸ ਬਣਾ ਕੇ ਚੱਲਣਾ ਹੈ। ਸਿੱਖਣਾ ਸੀ ਸਭ ਕੁਛ ਹੈ। ਉਹ ਆਫਟਰ ਸਕੂਲ ਜਾਂ ਆਫਟਰ ਤੁਹਾਡੀ ਫਰਦਰ ਸਟੱਡੀਜ਼ ਤੁਸੀਂ ਦੇਖਣਾ ਹੈ ਕਿ ਤੁਸੀਂ ਉਹ ਪ੍ਰੋਫੈਸ਼ਨਲ ਲਾਈਫ ਵਿੱਚ ਕਨਵਰਟ ਕਰਨਾ ਹੈ ਜਾਂ ਨਹੀਂ। ਉਹ ਤੁਹਾਡੇ ਇੰਟਰਸਟ ਨਾਲ ਜਾਂ ਤੁਹਾਡੇ ਟੈਲੈਂਟ ਨਾਲ ਉਹ ਅੱਗੇ ਡਿਸਾਈਡ ਹੁੰਦਾ ਹੈ। ਵਾਕਿਆ ਹੀ ਦੋਸਤੋ, ਇਸ ਜਗ੍ਹਾ 'ਤੇ ਹਰਲੀਨ ਤੋਂ ਨਾ ਇੱਕ ਗੱਲ ਮੈਨੂੰ ਬੜੀ ਸੋਹਣੀ ਲੱਗੀ ਹੈ ਜੋ ਇਸਨੇ ਕਿਹਾ ਕਿ ਸਾਨੂੰ ਹਰ ਚੀਜ਼ ਸਿੱਖਣੀ ਚਾਹੀਦੀ ਹੈ, ਕਿਉਂਕਿ ਜ਼ਰੂਰੀ ਨਹੀਂ ਕਿ ਅੱਗੇ ਜਾ ਕੇ ਤੁਸੀਂ ਜਿਹੜਾ ਇੱਕ ਪ੍ਰੋਫੈਸ਼ਨ ਲਿਆ ਹੈ ਉਹ ਪ੍ਰੋਫੈਸ਼ਨ ਤੁਹਾਡਾ ਪਰਮਾਨੈਂਟਲੀ ਚੱਲਦਾ ਰਹੇ। ਕਦੇ ਵੀ ਕੋਈ ਪ੍ਰੋਫੈਸ਼ਨ ਬੰਦ ਹੋ ਸਕਦਾ ਹੈ, ਅਤੇ ਜੇਕਰ ਤੁਹਾਡੇ ਕੋਲ ਹੋਰ ਨੌਲੇਜ ਹੈ ਅਤੇ ਤੁਸੀਂ ਕਿਸੇ ਦੂਸਰੇ ਪ੍ਰੋਫੈਸ਼ਨ ਤੋਂ ਇਨਕਮ ਲੈ ਲਓਗੇ ਤਾਂ ਇਹ ਨਹੀਂ ਹੋਏਗਾ ਕਿ ਤੁਸੀਂ ਭੁੱਖੇ ਮਰੋ। ਨਹੀਂ ਤਾਂ ਕਈ ਵਾਰ ਇਹ ਵੀ ਕੰਡੀਸ਼ਨ ਆ ਜਾਂਦੀ ਹੈ। ਇਹਦੇ ਬਾਰੇ ਕੀ ਤੁਸੀਂ ਵੀ ਪ੍ਰੋਫੈਸ਼ਨਲ ਲਾਈਫ ਦੇ ਬਾਰੇ ਸੈਕੰਡਲੀ ਅਸੀਂ ਗੱਲ ਕਰਦੇ ਹਾਂ, ਪ੍ਰੋਫੈਸ਼ਨਲ ਲਾਈਫ 'ਤੇ ਆਉਣੇ ਆ, ਕਿਉਂਕਿ ਕਾਲਜ ਲਾਈਫ ਖਤਮ ਹੋ ਗਈ। ਉਸ ਤੋਂ ਬਾਅਦ ਤੁਸੀਂ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਵਾਸਤੇ ਕਾਲਜ ਦੇ ਵਿੱਚ ਗਏ, BSc ਕਰ ਲਈ, ਹੁਣ MSc ਵੱਲ ਤੁਸੀਂ ਚੱਲ ਰਹੇ ਹੋ। ਅਤੇ ਇਹ ਸਾਰੇ ਦੇ ਬਾਰੇ 'ਚ ਕਿਸ ਤਰ੍ਹਾਂ ਸੋਚਿਆ ਹੈ, ਕਿਹੋ ਜਿਹੇ ਡਰੀਮ ਹੈ ਜਿਹੜੇ ਤੁਸੀਂ ਬੁਣੇ ਆ ਕਿ ਅੱਗੇ ਕੀ ਕਰਨਾ? ਕਿਉਂਕਿ ਹਰ ਸਟੂਡੈਂਟਸ ਦੇ, ਹਰ ਯੂਵਾ ਦੇ, ਹਰ ਯੂਥ ਦੇ ਕੁਝ ਡਰੀਮ ਹੁੰਦੇ ਆ, ਮੈਂ ਇਹ ਕਰਾਂਗਾ ਇਹ ਕਰਾਂਗਾ। ਉਹ ਸਟੈਪ ਵਾਈਜ਼ ਕਿਸ ਤਰ੍ਹਾਂ ਦਾ ਤੁਸੀਂ ਉਹਦਾ ਰੋਡ ਮੈਪ ਬਣਾਇਆ? ਡਰੀਮ ਇੱਕ ਅਸੀਂ ਕਹਿੰਦੇ ਹਾਂ ਕਿ ਜਿਵੇਂ 12th ਵਿੱਚ ਜਦੋਂ ਬੰਦਾ ਹੁੰਦਾ ਹੈ ਅਤੇ 12th ਕੀ ਉਸ ਤੋਂ ਪਹਿਲੇ ਹੀ ਸਾਰੇ ਪੀਅਰ ਪ੍ਰੈਸ਼ਰ ਵੀ ਹੁੰਦਾ ਹੈ, ਟੀਚਰਸ ਦਾ ਹੁੰਦਾ ਹੈ, ਫਿਰ ਪੇਰੈਂਟਸ ਦਾ ਹੁੰਦਾ ਹੈ ਕਿ ਤੁਸੀਂ ਪੜ੍ਹੋ ਕੰਪੀਟੀਟਿਵ ਐਗਜ਼ਾਮਸ ਤੋਂ ਐਂਡ ਤੁਸੀਂ ਡਿਸਾਈਡ ਕਰੋ ਆਪਣਾ ਕਰੀਅਰ, ਆਪਣਾ ਏਮ ਕਿ ਤੁਸੀਂ ਕੀ ਅਚੀਵ ਕਰਨਾ ਹੈ ਅੱਗੇ। ਸੋ ਉਹ ਦਿਮਾਗ 'ਚ ਫਿਰ 12th ਵਿੱਚ ਜਾ ਕੇ ਥੋੜ੍ਹਾ 11th 'ਚ ਆ ਕੇ ਮੇਰੇ ਦਿਮਾਗ 'ਚ ਸੀ ਇੱਕ ਐਰੋਨੌਟੀਕਲ ਇੰਜੀਨੀਅਰ ਦਾ ਬਹੁਤ ਜ਼ਿਆਦਾ ਸੀ ਕਿ ਮੈਂ ਉਹੀ ਕਰਨਾ ਹੈ। ਅਤੇ ਐਰੋਨੌਟੀਕਲ ਵਾਸਤੇ ਪਹਿਲੇ ਤਾਂ ਮੈਂ ਫਿਜ਼ਿਕਸ ਮੈਥਸ ਵਿੱਚ ਬਹੁਤ ਇੰਟਰਸਟਿਡ ਸੀ ਸ਼ੁਰੂ ਤੋਂ, ਮਤਲਬ ਕਲਾਸ 10th ਤੋਂ ਮਤਲਬ ਮੇਰਾ ਇੰਟਰਸਟ ਪੈਦਾ ਹੋਇਆ ਸੀ ਫਿਜ਼ਿਕਸ ਔਰ ਮੈਥਸ ਵਿੱਚ। ਸਲੋਲੀ ਫਿਰ ਮੈਂ ਨੈੱਟ ਤੋਂ ਸਰਚ ਕਰਦੀ ਰਹਿੰਦੀ ਸੀ। ਦੈਨ ਮੈਂ ਜਦੋਂ 12th ਪਾਸ ਕੀਤੀ ਅਤੇ ਮੈਂ ਕਲੀਅਰ ਸੀ ਜਾਂ ਮੈਂ ਮੈਥਸ ਵਿੱਚ ਕੁਝ ਕਰੂੰਗੀ ਜਾਂ ਫਿਜ਼ਿਕਸ ਵਿੱਚ। ਫਸਟ ਮੈਂ ਅਟੈਂਪਟ ਕੀਤਾ ਕੰਪੀਟੀਟਿਵ ਐਗਜ਼ਾਮ ਫॉर ਐਰੋਨੌਟੀਕਲ ਇੰਜੀਨੀਅਰਿੰਗ ਹੀ। ਸੋ ਉਹਦੇ ਵਾਸਤੇ ਮੈਨੂੰ ਪ੍ਰੈਪਰੇਸ਼ਨ ਦਾ ਟਾਈਮ ਨਹੀਂ ਮਿਲਿਆ, ਬਿਕਾਜ਼ ਜਦੋਂ ਬੋਰਡਸ ਖਤਮ ਹੋਏ ਉਸ ਤੋਂ ਬਾਅਦ ਮੇਰੇ ਕੋਲ ਬਹੁਤ ਘੱਟ ਟਾਈਮ ਸੀ, ਮਤਲਬ ਇੱਕ ਵੀਕ ਦਾ ਹੀ ਟਾਈਮ ਸੀ। ਸੋ ਉਹ ਇੱਕ ਐਗਜ਼ਾਮ ਸੀ ਜਿਹੜਾ ਸਿਰਫ ਐਕਸਪੀਰੀਅੰਸ ਰਹਿ ਗਿਆ ਕਿਉਂਕਿ ਰੈਂਕ ਮੇਰੀ ਇੰਨੀ ਨਹੀਂ ਆਈ ਸੀ, ਪ੍ਰੈਪਰੇਸ਼ਨ ਦਾ ਟਾਈਮ ਨਹੀਂ ਸੀ। ਸੋ ਫਿਰ ਮੈਂ ਡਿਸਾਈਡ ਕੀਤਾ ਕਿ ਮੈਂ ਆਪਣਾ ਸਟਰੀਮ ਵਿੱਚ ਸਾਇੰਸ ਵਿੱਚ ਹੀ ਕਰਾਂਗੀ ਜਾਂ ਤਾਂ ਮੈਥਸ ਲੈ ਕੇ ਔਨਰਸ ਕਰਾਂਗੀ, ਮੈਂ ਨੋਨ ਮੈਡ 'ਚ ਨਹੀਂ ਕਰੂੰਗੀ, ਔਨਰਸ ਕਰਾਂਗੀ। ਦੈਨ ਮੈਂ ਫਿਜ਼ਿਕਸ ਔਨਰਸ ਕੀਤੀ
ਐਂਡ ਮੇਰਾ ਫਿਰ ਗੋਲ ਕਲੀਅਰ ਸੀ ਕਿ ਮੈਂ ਰਿਸਰਚ ਵਿੱਚ ਜਾਵਾਂਗੀ ਬਿਕਾਜ਼ ਮੇਰਾ ਸਾਇੰਸ ਵੱਲ ਇੰਟਰਸਟ ਸ਼ੁਰੂ ਤੋਂ ਰਿਹਾ ਹੈ ਅਤੇ ਫਿਰ ਮੈਂ ਸਲੋਲੀ ਪੂਰਾ ਉਹ ਕੀਤਾ ਗ੍ਰੈਜੂਏਸ਼ਨ ਕੀਤੀ ਸਿਰਫ ਫਿਜ਼ਿਕਸ ਤੋਂ ਔਨਰਸ ਤੋਂ ਐਂਡ ਦੈਨ ਫਿਰ ਹੁਣ ਮੈਂ MSc ਫਿਜ਼ਿਕਸ ਕੀਤੀ ਸੋ ਮੇਰਾ ਹੁਣ ਇਹੀ ਗੋਲ ਹੈ ਹੁਣ ਕਿ ਅੱਗੇ ਰਿਸਰਚ ਵਿੱਚ ਜਾਊਂਗੀ ਤਾਂ ਉਹਦੇ ਵਾਸਤੇ ਫਿਰ MSc ਕਰਕੇ ਫਿਰ ਰਿਸਰਚ ਨਾਲ ਨਾਲ ਸਟਾਰਟ ਕਰ ਦਾਂਗੇ ਦੈਨ ਹੋਪਫੁਲੀ PhD। ਹਾਂ ਬਿਲਕੁਲ ਜੀ, ਬਹੁਤ ਵਧੀਆ ਹੈ ਕਿਉਂਕਿ ਹਾਈ ਜਿਹੜਾ ਪ੍ਰੋਫੈਸ਼ਨ ਹੈ ਜਾਂ ਹਾਈ ਕੁਆਲੀਫਿਕੇਸ਼ਨ ਹੈ ਉਸ ਦੀ ਅੱਜ ਜ਼ਰੂਰਤ ਹੈ। ਇੱਕ ਸਾਈਡ ਅਸੀਂ ਇਹ ਕਹਿੰਦੇ ਹਾਂ ਕਿ ਸਾਡੀ ਕੌਮ ਦੇ ਨਾਲ ਧੱਕੇ ਹੋ ਰਹੇ ਹੈ, ਸਾਡੀ ਕੌਮ ਨੂੰ ਇਹ ਹੋ ਰਿਹਾ ਅਤੇ ਜੇਕਰ ਸਾਡੀ ਕੌਮ ਦੇ ਕੋਲ ਹਾਈਲੀ ਐਜੂਕੇਟਡ ਪਰਸਨ ਨਹੀਂ ਹੋਣਗੇ ਅਤੇ ਸਿਰਫ ਕਿਰਪਾਨਾਂ ਚਲਾਉਣ ਵਾਲੇ ਹੀ ਸਾਡੀ ਕੌਮ ਨੂੰ ਅੱਗੇ ਨਹੀਂ ਲੈ ਕੇ ਜਾ ਸਕਦੇ। ਅੱਜ ਦਾ ਜਿਹੜਾ ਜ਼ਮਾਨਾ ਹੈ ਉਹ ਕਿਰਪਾਨਾਂ ਵਾਲਿਆਂ ਦਾ ਨਹੀਂ ਰਿਹਾ, ਅੱਜ ਦਾ ਜ਼ਮਾਨਾ ਹੈ ਜਿਹੜਾ ਉਹ ਹਾਈਲੀ ਪ੍ਰੋਫੈਸ਼ਨਲਿਸਟ ਔਰ ਹਾਈਲੀ ਇਕਨੋਮਿਕਲੀ ਸਟਰੋਂਗ ਲੋਕਾਂ ਦਾ ਹੈ ਕਿਉਂਕਿ ਆਉਣ ਵਾਲੇ ਜ਼ਮਾਨੇ 'ਚ ਸਾਡੇ ਦੇਸ਼, ਸਾਡੀ ਕੌਮ, ਸਾਡੇ ਸਮਾਜ ਨੂੰ ਉਹਨਾਂ ਨੇ ਹੀ ਅੱਗੇ ਲੈ ਕੇ ਜਾਣਾ ਹੈ। ਸਾਡੀਆਂ ਬੈਸਟ ਵਿਸ਼ਿਸ ਤੁਹਾਡੇ ਨਾਲ ਹੈ ਅਤੇ ਅੱਗੇ ਤੋਂ ਵੀ ਅਸੀਂ ਹਰਲੀਨ ਕੌਰ ਦੇ ਨਾਲ ਵੱਖ-ਵੱਖ ਟੌਪਿਕਸ 'ਤੇ ਇਸੇ ਤਰ੍ਹਾਂ ਹੀ ਗੱਲਾਂ ਬਾਤਾਂ ਕਰਦੇ ਰਹਾਂਗੇ ਔਰ ਸਟੂਡੈਂਟਸ ਨੂੰ ਬਹੁਤ ਕੁਝ ਇਹਨਾਂ ਗੱਲਾਂ ਬਾਤਾਂ ਤੋਂ ਸਿੱਖਣ ਲਈ ਮਿਲੇਗਾ ਔਰ ਇਹਦੇ ਨਾਲ ਹੀ ਇਸ ਸ਼ੋਅ 'ਚ ਆਉਣ ਲਈ ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।